ਰਾਫੇਲ ਦੇ ਲਈ ਭਾਰਤ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਹਿਲਾ ਰਾਫੇਲ ਲੜਾਕੂ ਜਹਾਜ਼ ਫਰਾਂਸ ਤੋਂ ਹਾਸਲ ਕੀਤਾ ਹੈ। ਖੁਦ ਰੱਖਿਆ ਮੰਤਰੀ ਰਾਜਨਾਥ ਸਿੰਘ ਫਰਾਂਸ ਪਹੁੰਚੇ ਹੋਏ ਸੀ। ਇਹ ਪਹਿਲੀ ਝਲਕ ਭਾਰਤ ਵੱਲੋਂ ਫਰਾਂਸ ਤੋਂ ਹਾਸਲ ਕੀਤੇ ਗਏ ਪਹਿਲੇ ਰਾਫੇਲ ਲੜਾਕੂ ਜਹਾਜ਼ ਦੀ ਹੈ। ਫਰਾਂਸ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਹਿਲਾਂ ਸ਼ਸਤਰ ਪੂਜਾ ਕੀਤੀ। ਜਹਾਜ਼ ਦੇ ਤਿਲਕ ਲਾਇਆ ਗਿਆ। ਨਾਰੀਅਲ ਉੱਪਰ ਰੱਖ ਕੇ ਓਮ ਵੀ ਰਾਜਨਾਥ ਸਿੰਘ ਨੇ ਲਿਖਿਆ। ਇਸ ਤੋਂ ਇਲਾਵਾ ਜਹਾਜ਼ ਦੀ ਟਾਇਰਾਂ ਹੇਠ ਨਿੰਬੂ ਵੀ ਰੱਖੇ ਗਏ। ਫਰਾਂਸ ਵਿੱਚ ਜਹਾਜ਼ ਨਿਰਮਾਤਾ ਕੰਪਨੀ ਦੀ ਫੈਕਟਰੀ ਪਹੁੰਚੇ ਰੱਖਿਆ ਮੰਤਰੀ ਨੇ ਇਸ ਸ਼ਕਤੀਸ਼ਾਲੀ ਜਹਾਜ਼ ਨੂੰ ਰਸਮੀ ਤੌਰ ਤੇ ਭਾਰਤੀ ਹਵਾਈ ਫੌਜ ਦੇ ਵਿਹੜੇ 'ਚ ਸ਼ਾਮਲ ਕੀਤਾ। ਇਸ ਮੌਕੇ ਰਾਫੇਲ ਦੇ ਸਫ਼ਰ ਦੇ ਨਾਲ ਭਾਰਤ ਵੱਲੋਂ ਰਾਫੇਲ ਲਈ ਫਰਾਂਸ ਨਾਲ ਕੀਤੇ ਗਏ ਸਮਝੌਤਿਆਂ ਨੂੰ ਇੱਕ ਵੀਡੀਓ ਰਾਹੀਂ ਵਿਖਾਇਆ ਗਿਆ। ਇਸ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਹੀ ਦੇਸ਼ਾਂ 'ਚ ਕਈ ਮੁੱਦਿਆਂ ਤੇ ਚਰਚਾ ਹੋਈ। ਰਾਜਨਾਥ ਸਿੰਘ ਰਾਫੇਲ ਲੜਾਕੂ ਜਹਾਜ਼ਾਂ ਲਈ 7 ਅਕਤੂਬਰ ਨੂੰ ਫਰਾਂਸ ਪਹੁੰਚੇ ਸਨ। ਰੱਖਿਆ ਮੰਤਰੀ ਦਾ 3 ਦਿਨਾਂ ਫਰਾਂਸ ਦੌਰਾ ਹੈ। 8 ਅਕਤੂਬਰ ਨੂੰ ਹੀ ਭਾਰਤੀ ਹਵਾਈ ਫੌਜ ਦਾ ਸਥਾਪਨਾ ਦਿਵਸ ਹੁੰਦਾ ਹੈ, ਜਿਸ ਕਾਰਨ ਇਹ ਦਿਨ ਹੋਰ ਵੀ ਮਹੱਤਵਪੂਰਨ ਸੀ। ਇਸ ਤੋਂ ਇਲਾਵਾ ਭਾਰਤ ਵਿੱਚ ਦੁਸਹਿਰੇ ਦਾ ਤਿਉਹਾਰ ਵੀ ਧੂਮਧਾਮ ਨਾਲ ਮਨਾਇਆ ਗਿਆ। ਅਜਿਹੇ 'ਚ ਰਾਫੇਲ ਦੀ ਮਹੱਤਤਾ ਨੂੰ ਸੌਖੇ ਹੀ ਸਮਝਿਆ ਜਾ ਸਕਦਾ ਹੈ। ਫਰਾਂਸ ਨੇ ਕੁੱਲ 36 ਰਾਫੇਲ ਲੜਾਕੂ ਜਹਾਜ਼ ਭਾਰਤ ਨੂੰ ਸੌਂਪਣੇ ਨੇ। ਇਸ ਮੌਕੇ ਫਰਾਂਸ ਦੇ ਫੌਜੀ ਅਧਿਕਾਰੀਆਂ ਦੇ ਨਾਲ ਰਾਫੇਲ ਨਿਰਮਾਤਾ ਕੰਪਨੀ ਦੇ ਵੱਡੇ ਅਧਿਕਾਰੀ ਵੀ ਮੌਜੂਦ ਰਹੇ। 9 ਅਕਤੂਬਰ ਨੂੰ ਰਾਜਨਾਥ ਸਿੰਘ ਫਰਾਂਸ ਦੇ ਰੱਖਿਆ ਅਧਿਕਾਰੀਆਂ ਦੇ ਨਾਲ ਦੋਵਾਂ ਦੇਸ਼ਾਂ 'ਚ ਰੱਖਿਆ ਤੇ ਸੁਰੱਖਿਆ ਸਹਿਯੋਗ ਨੂੰ ਵਧਾਉਣ ਨੂੰ ਲੈ ਕੇ ਵੀ ਚਰਚਾ ਕਰਨਗੇ। ਸਤੰਬਰ 2016 'ਚ ਭਾਰਤ ਨੇ ਫਰਾਂਸ ਦੇ ਨਾਲ 36 ਰਾਫੇਲ ਲੜਾਕੂ ਹਵਾਈ ਜਹਾਜ਼ਾਂ ਲਈ ਕਰੀਬ 58,000 ਕਰੋੜ ਰੁਪਏ ਦੇ ਸੌਦੇ ਤੇ ਦਸਤਖਤ ਕੀਤੇ ਸਨ। ਉਮੀਦ ਕੀਤੀ ਜਾ ਰਹੀ ਹੈ ਕਿ ਸਾਰੇ 36 ਰਾਫੇਲ ਭਾਰਤ ਨੂੰ 2022 ਤੱਕ ਮਿਲ ਜਾਣਗੇ। फिलहाल हुण समय एक ब्रेक दा ते ब्रेक तो बाद मुड़ होने जल्द हाजिर। ਰਾਫੇਲ ਜਹਾਜ਼ ਦੀ ਖਾਸੀਅਤ ਕੀ ਹੈ ਅਤੇ ਭਾਰਤ ਲਈ ਕਿਉਂ ਹੈ ਖਾਸ, ਦੱਸਦੀ ਰਿਪੋਰਟ। ਰਾਫੇਲ ਕੀ ਕਰ ਸਕੇਗਾ? ਕੀ ਰਾਫੇਲ ਵਾਕਈ ਬਿਹਤਰੀਨ ਲੜਾਕੂ ਜਹਾਜ਼ ਹੈ? ਕਿ ਇਸ ਦੇ ਆਉਣ ਨਾਲ ਭਾਰਤੀ ਫੌਜ ਦੀ ਤਾਕਤ ਵਧੇਗੀ? ਕਿ ਚੀਨ ਤੇ ਪਾਕਿਸਤਾਨ ਨਾਲ ਜੰਗ ਦੇ ਹਾਲਾਤ 'ਚ ਰਾਫੇਲ ਕਾਰਗਰ ਸਾਬਿਤ ਹੋਵੇਗਾ? ਇਹ ਉਹ तमाम ਸਵਾਲ ਨੇ ਜੋ ਰਾਫੇਲ ਦੀ ਚਰਚਾ ਬਾਅਦ ਉੱਠ ਰਹੇ ਨੇ। ਦਰਅਸਲ ਕਿਸੇ ਵੀ ਲੜਾਕੂ ਜਹਾਜ਼ ਦੀ ਤਾਕਤ ਉਸ ਦੀ ਸੈਂਸਰ ਸਮਰੱਥਾ ਤੇ ਹਥਿਆਰ ਤੇ ਨਿਰਭਰ ਕਰਦੀ ਹੈ। ਭਾਵ ਕਿ ਕੋਈ ਫਾਈਟਰ ਪਲੇਨ ਕਿੰਨੀ ਦੂਰੀ ਤੋਂ ਵੇਖ ਸਕਦਾ ਹੈ ਤੇ ਕਿੰਨੀ ਦੂਰੀ ਤੱਕ ਮਾਰ ਕਰ ਸਕਦਾ ਹੈ। ਜ਼ਾਹਰ ਹੈ ਇਸ ਮਾਮਲੇ 'ਚ ਰਾਫੇਲ ਇੱਕਦਮ ਨਵਾਂ ਹੈ। ਭਾਰਤ ਨੇ ਇਸ ਤੋਂ ਪਹਿਲਾਂ 1997-98 'ਚ रूस तो सुखोई लड़ाकू जहाज खरीदिया सी। कोई फाइटर प्लेन किन्नी ऊंचाई तक जाता है
ਇਹ ਉਸ ਦੇ ਇੰਜਨ ਦੀ ਤਾਕਤ ਤੇ ਨਿਰਭਰ ਕਰਦਾ ਹੈ। ਆਮ ਤੌਰ ਤੇ ਫਾਈਟਰ ਪਲੇਨ 40 ਤੋਂ 50,000 ਫੁੱਟ ਦੀ ਉਚਾਈ ਤੱਕ ਜਾਂਦੇ ਨੇ, ਪਰ ਉਚਾਈ ਤੋਂ ਕਿਸੇ ਲੜਾਕੂ ਜਹਾਜ਼ ਦੀ ਤਾਕਤ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਫਾਈਟਰ ਪਲੇਨ ਦੀ ਤਾਕਤ ਹਥਿਆਰ ਤੇ ਸੈਂਸਰ ਸਮਰੱਥਾ ਤੋਂ ਹੀ ਪਤਾ ਲੱਗ ਸਕਦੀ ਹੈ। ਰਾਫਾਲ ਲੜਾਕੂ ਜਹਾਜ਼ ਦੀਆਂ ਖਾਸ ਗੱਲਾਂ। ਰਾਫਾਲ ਜਹਾਜ਼ ਪਰਮਾਣੂ ਮਿਜ਼ਾਈਲ ਡਿਲੀਵਰ ਕਰਨ ਦੀ ਸਮਰੱਥਾ ਰੱਖਦਾ ਹੈ। ਦੁਨੀਆ ਦੇ ਸਭ ਤੋਂ ਆਰਾਮਦਾਇਕ ਹਥਿਆਰਾਂ ਨੂੰ ਇਸਤੇਮਾਲ ਕਰਨ ਦੀ ਸਮਰੱਥਾ ਰੱਖਦਾ ਹੈ। ਦੋ ਤਰ੍ਹਾਂ ਦੀਆਂ ਮਿਜ਼ਾਈਲਾਂ, ਇੱਕ ਦੀ ਰੇਂਜ 150 ਕਿਲੋਮੀਟਰ, ਦੂਜੀ ਦੀ ਰੇਂਜ ਕਰੀਬ 300 ਕਿਲੋਮੀਟਰ ਨੂੰ ਲਿਜਾਣ ਦੀ ਸਮਰੱਥਾ ਹੈ। ਰਾਫਾਲ ਵਰਗਾ ਜਹਾਜ਼ ਚੀਨ ਅਤੇ ਪਾਕਿਸਤਾਨ ਦੇ ਕੋਲ ਵੀ ਨਹੀਂ। ਇਹ ਭਾਰਤੀ ਹਵਾਈ ਫੌਜ ਦੇ ਇਸਤੇਮਾਲ ਕੀਤੇ ਜਾਣ ਵਾਲੀ ਮਿਰਾਜ 200 ਦਾ ਐਡਵਾਂਸ ਵਰਜਨ ਹੈ। ਭਾਰਤੀ ਹਵਾਈ ਫੌਜ ਕੋਲ 51 ਮਿਰਾਜ 2000 ਨੇ। ਦਾਸੋ ਏਵੀਏਸ਼ਨ ਦੇ ਮੁਤਾਬਕ ਰਾਫਾਲ ਦੀ ਸਪੀਡ ਮੈਕ 1.8 ਹੈ, यानी कि 2020 किलोमीटर प्रति घंटे की रफ्तार। उचाई 5.30 मीटर, लंबाई 15.30 मीटर। राफाल जहाज हवा च तेल भरिया जा सकता है। राफाल लड़ाकू जहाज हुण तक अफगानिस्तान, लीबिया, माली, इराक और सीरिया वर्गे देशों च होईयां लड़ाइयां च वरतिया गया है। भारतीय हवाई फौज च पहला लड़ाकू जहाज सुखोई शामिल रहा है, जो रूस तो खरीदा गया, तो हुण राफेल शामिल हो रहा है। अजिहे च भी जान लेना जरूरी है कि आखिर राफेल जेट सुखोई तो किवें वखरा है। राफेल सुखोई के मुकाबले काफ़ी छोटे खेतर च घूम सकता है। सुखोई 30 के मुकाबले राफेल की रेंज कई गुना ज़्यादा है। राफेल की मारू समर्था 780 तो 1055 किलोमीटर है। सुखोई की मारू समर्था 400 तो 550 किलोमीटर है। राफेल 24 घंटे 5 चक्कर लाने की समर्थ है। इस दे मुकाबले सुखोई 30 सिर्फ 3 चक्कर लाने च समर्थ है। भारतीय हवाई फौज का मनना है कि राफेल हवाई फौज लिए गेम चेंजर साबित होगा, क्योंकि अपनी ताकत ते समर्था कारण जाना जाता है। Rafale will bring a lot of capability into the Air Force. If you look at our operational capability jump, it will be huge with this induction. We must realize that it is not only the 36 aircraft which gets inducted. When we fly such missions, we always have force packaging philosophy, and from that angle, the overall package, the strength that it gets with the aircraft capability like this is very huge. So our operational philosophy wise, we will plan to do new things in terms of what technologies this aircraft has brought in, the kind of weapons this aircraft has brought in. It will again be a game changer for the Indian Air Force from both a planning perspective, from the point of view of doing our offensive missions, and from point of view of planning the kind of war we want to conduct in the coming years. ਭਾਰਤ ਦੇ 10 ਪਾਇਲਟ 40 ਟੈਕਨੀਸ਼ੀਅਨ ਫਰਾਂਸ 'ਚ ਟ੍ਰੇਨਿੰਗ ਲੈ ਰਹੇ ਨੇ। ਇਹ ਟੀਮ ਵਾਪਸ ਭਾਰਤ ਪਰਤ ਕੇ ਬਾਕੀ ਪਾਇਲਟਾਂ ਨੂੰ ਟ੍ਰੇਨਿੰਗ ਦੇਵੇਗੀ। ਇਸੇ ਤਰ੍ਹਾਂ ਲੜੀਵਾਰ ਤਹਿਤ ਭਾਰਤੀ ਪਾਇਲਟ ਰਾਫੇਲ ਨੂੰ ਉਡਾਉਣਗੇ। ਇਹ ਉਹ ਲੜਾਕੂ ਜਹਾਜ਼ ਹੈ ਭਾਰਤ ਦੀ ਫੌਜੀ ਤਾਕਤ ਨੂੰ ਜੋ ਵਧਾਏਗਾ। ਹੁਣ ਰੁਕਦੇ ਇੱਕ ਹੋਰ ਛੋਟੇ ਜਿਹੇ ਬ੍ਰੇਕ ਲਈ। राफेल जहाज जिसने देश की सियासत को गरमाया सी, आखिर राफेल डील है कि इस डील ते पूरा विवाद की सी, जानते हैं।
ਇੱਕ ਸਮਾਂ ਅਜਿਹਾ ਸੀ ਜਦੋਂ ਰਾਫੇਲ ਸੌਦੇ ਨੇ ਭਾਰਤ ਸਰਕਾਰ ਤੋਂ ਲੈ ਕੇ ਫਰਾਂਸ ਦੀ ਸਰਕਾਰ ਤੱਕ ਨੂੰ ਕਟਹਿਰੇ 'ਚ ਖੜਾ ਕਰ ਦਿੱਤਾ ਸੀ। ਮਾਮਲਾ ਸੁਪਰੀਮ ਕੋਰਟ ਵੀ ਪਹੁੰਚਿਆ ਸੀ, ਜਿੱਥੇ ਮੋਦੀ ਸਰਕਾਰ ਨੂੰ ਵੱਡੀ ਰਾਹਤ ਮਿਲੀ ਸੀ। ਅਖੀਰ ਹੁਣ ਰਾਫੇਲ ਜਹਾਜ਼ ਭਾਰਤ ਆਉਣਗੇ। ਕੀ ਹੈ ਰਾਫੇਲ ਡੀਲ? ਕੁੱਲ 126 ਫਾਈਟਰ ਜੈਟ ਖਰੀਦਣ ਦਾ ਸੌਦਾ ਤੈਅ ਹੋਇਆ। 18 ਜਹਾਜ਼ ਬਣੇ ਬਣਾਏ ਮਿਲਣਗੇ। 108 ਦਾ ਭਾਰਤ 'ਚ ਨਿਰਮਾਣ ਹੋਵੇਗਾ। ਸਾਲ 2010 ਵਿੱਚ ਯੂਪੀਏ ਸਰਕਾਰ ਨੇ ਫਰਾਂਸ ਤੋਂ ਰਾਫੇਲ ਲੜਾਕੂ ਹਵਾਈ ਜਹਾਜ਼ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕੀਤੀ। 2014 ਵਿੱਚ ਯੂਪੀਏ ਸਰਕਾਰ ਦੀ ਥਾਂ ਮੋਦੀ ਸਰਕਾਰ ਸੱਤਾ ਵਿੱਚ ਆਈ। ਸਤੰਬਰ 2016 ਵਿੱਚ ਭਾਰਤ ਨੇ ਫਰਾਂਸ ਦੇ ਨਾਲ 36 ਰਾਫੇਲ ਲੜਾਕੂ ਹਵਾਈ ਜਹਾਜ਼ਾਂ ਲਈ ਕਰੀਬ 58,000 ਕਰੋੜ ਰੁਪਏ ਦੇ ਸੌਦੇ ਤੇ ਦਸਤਖਤ ਕੀਤੇ। ਵਿਵਾਦ ਕੀ ਹੈ ਤੇ ਸਰਕਾਰ ਦੀ ਸਫਾਈ? ਕਾਂਗਰਸ ਨੇ ਇਲਜ਼ਾਮ ਲਾਇਆ ਕਿ ਯੂਪੀਏ ਸਰਕਾਰ ਸਮੇਂ ਇੱਕ ਰਾਫੇਲ ਦੀ ਕੀਮਤ 526 ਕਰੋੜ ਰੁਪਏ ਸੀ। ਕਾਂਗਰਸ ਦਾ ਸਵਾਲ ਹੈ ਕਿ ਮੁੜ ਬੀਜੇਪੀ ਸਰਕਾਰ ਸਮੇਂ ਇੱਕ ਰਾਫੇਲ ਦੀ ਕੀਮਤ ਕਰੀਬ 1600 ਕਰੋੜ ਰੁਪਏ ਕਿਵੇਂ ਹੋ ਗਈ? ਕਾਂਗਰਸ ਦਾ ਇਲਜ਼ਾਮ ਹੈ ਕਿ ਭਾਰਤ ਸਰਕਾਰ ਨੇ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਨੂੰ ਨਜ਼ਰਅੰਦਾਜ਼ ਕੀਤਾ। ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਨੂੰ ਪਾਸੇ ਕਰਕੇ ਰਿਲਾਇੰਸ ਡਿਫੈਂਸ ਨੂੰ ਡੀਲ ਪੂਰੀ ਕਰਨ ਵਿੱਚ ਹਿੱਸੇਦਾਰ ਬਣਾਇਆ। ਕਾਂਗਰਸ ਦਾ ਇਹ ਵੀ ਇਲਜ਼ਾਮ ਹੈ ਕਿ ਰਿਲਾਇੰਸ ਡਿਫੈਂਸ ਨੂੰ ਏਅਰਸਪੇਸ ਸੈਕਟਰ ਦਾ ਕੋਈ ਵੀ ਤਜਰਬਾ ਨਹੀਂ। ਕਾਂਗਰਸ ਦਾ ਦਾਅਵਾ ਹੈ ਕਿ ਅਸਲ ਸਮਝੌਤਾ ਦਾਸੋ ਤੇ ਸਰਕਾਰੀ ਕੰਪਨੀ HAL ਦੇ ਵਿਚਾਲੇ ਹੋਇਆ ਸੀ, ਜਦਕਿ ਭਾਰਤ ਦੇ ਰੱਖਿਆ ਮੰਤਰਾਲੇ ਨੇ ਰਿਲਾਇੰਸ ਡਿਫੈਂਸ ਨੂੰ ਡੀਲ ਵਿੱਚ ਪਾਰਟਨਰ ਚੁਣੇ ਜਾਣ ਵਿੱਚ ਕਿਸੇ ਵੀ ਭੂਮਿਕਾ ਤੋਂ ਇਨਕਾਰ ਕੀਤਾ ਹੈ। ਰਾਫੇਲ ਸਮਝੌਤੇ ਦਾ ਅੰਬਾਨੀ ਕਨੈਕਸ਼ਨ। ਮੋਦੀ ਸਰਕਾਰ ਦਾ ਦਾਅਵਾ ਹੈ ਕਿ ਰਾਫੇਲ ਬਣਾਉਣ ਵਾਲੀ ਦਾਸੋ ਏਵੀਏਸ਼ਨ ਕੰਪਨੀ ਨਾਲ ਨਹੀਂ, ਸਿੱਧਾ ਫਰਾਂਸ ਸਰਕਾਰ ਨਾਲ ਕੀਤੀ ਗਈ ਡੀਲ ਹੈ। ਕਾਂਗਰਸ ਮੁਤਾਬਕ ਇਸ ਸਮਝੌਤੇ 'ਚ ਭਾਰਤ ਦੀ ਜਹਾਜ਼ ਬਣਾਉਣ ਵਾਲੀ ਕੰਪਨੀ HAL ਨੂੰ ਨਜ਼ਰਅੰਦਾਜ਼ ਕੀਤਾ ਗਿਆ। ਵਕੀਲ ਪ੍ਰਸ਼ਾਂਤ ਭੂਸ਼ਣ ਦਾ ਇਲਜ਼ਾਮ ਹੈ ਕਿ ਅਨਿਲ ਅੰਬਾਨੀ ਦੀ ਕੰਪਨੀ ਰਿਲਾयंस डिफेंस ਨੂੰ ਸਿਰਫ ਫਾਇਦਾ ਪਹੁੰਚਾਉਣ ਲਈ ਵਿੱਚ ਪਾਇਆ ਗਿਆ। और हिंदुस्तान एरोनॉटिक्स को इस सौदे से बिल्कुल अलग कर दिया गया, जो पब्लिक सेक्टर कंपनी जिसने हवाई जहाज बनाए हुए हैं, और अनिल अंबानी जिन्होंने कोई हवाई जहाज नहीं बनाया, कभी कोई डिफेंस का काम ही नहीं किया इनकी कंपनी ने, जिनकी कंपनी ठीक 1 साल पहले रजिस्टर करी गई थी, उस कंपनी को इस सौदे का आधा पैसा देने का फैसला हो जाता है। एयरफोर्स की दलील। एयरफोर्स मुताबक हवाई फौज ਨੂੰ 5ਵੀਂ ਪੀੜ੍ਹੀ ਦੇ ਜਹਾਜ਼ਾਂ ਦੀ ਜ਼ਰੂਰਤ ਹੈ, ਇਸ ਲਈ ਰਾਫੇਲ ਦੀ ਚੋਣ ਕੀਤੀ ਗਈ ਸੀ। ਇਸ ਤੇ ਸੁਪਰੀਮ ਕੋਰਟ ਨੇ ਪੁੱਛਿਆ ਸੀ ਕਿ 1985 ਦੇ ਬਾਅਦ ਕੋਈ ਵੀ ਜੈਟ ਜਹਾਜ਼ ਭਾਰਤੀ ਹਵਾਈ ਫੌਜ 'ਚ ਸ਼ਾਮਲ ਨਹੀਂ ਕੀਤਾ ਗਿਆ। ਇਸ ਤੇ ਹਵਾਈ ਫੌਜ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਪਿਛਲੇ 33 ਸਾਲਾਂ ਤੋਂ ਕੋਈ ਵੀ ਜੈਟ ਜਹਾਜ਼ ਹਵਾਈ ਫੌਜ ਦੇ ਵਿਹੜੇ 'ਚ ਸ਼ਾਮਲ ਨਹੀਂ ਕੀਤਾ ਗਿਆ। ਮੀਡੀਆ ਪਾਰਟ ਦੀ ਰਿਪੋਰਟ ਕੀ ਕਹਿੰਦੀ ਹੈ? ਇਸ ਮੀਡੀਆ ਰਿਪੋਰਟ ਮੁਤਾਬਕ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਔਲਾਂਦ ਨੇ ਕਿਹਾ ਸੀ ਕਿ ਲੋਕਲ ਪਾਰਟਨਰ ਦੀ ਚੋਣ ਦਾ ਪ੍ਰਸਤਾਵ ਭਾਰਤ ਵੱਲੋਂ ਦਿੱਤਾ ਗਿਆ ਸੀ। ਇਸ ਮੈਗਜ਼ੀਨ ਦੇ ਲੇਖ ਵਿੱਚ ਦਾਅਵਾ ਕੀਤਾ ਗਿਆ ਕਿ ਸਵਾਲ ਦੇ ਜਵਾਬ ਵਿੱਚ ਔਲਾਂਦ ਨੇ ਕਿਹਾ ਕਿ ਰਿਲਾਇੰਸ ਦੇ ਨਾਂ ਦਾ ਪ੍ਰਸਤਾਵ ਭਾਰਤ ਸਰਕਾਰ ਦਾ ਹੀ ਸੀ। ਮੈਗਜ਼ੀਨ ਮੁਤਾਬਕ ਦਾਸੋ ਕੋਲ ਉਸ ਕੰਪਨੀ ਦਾ ਨਾਂ ਸ਼ਾਮਲ ਕਰਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ। ਮੀਡੀਆ ਪਾਰਟ ਔਲਾਂਦ ਦੇ ਹਵਾਲੇ ਨਾਲ ਕਹਿੰਦਾ ਹੈ ਕਿ ਉਸ ਸਮੇਂ ਦੀ ਫਰਾਂਸ ਸਰਕਾਰ ਦਾ ਇਹ 'ਚ ਕੋਈ ਰੋਲ ਨਹੀਂ ਸੀ। ਭਾਰਤ ਸਰਕਾਰ ਨੇ ਇਸ ਕੰਪਨੀ ਦੇ ਨਾਂ ਦਾ ਪ੍ਰਸਤਾਵ ਦਿੱਤਾ ਅਤੇ ਦਾਸੋ ਨੇ ਅੰਬਾਨੀ ਨਾਲ ਸੌਦਾ ਤੈਅ ਕੀਤਾ। ਦਾਸੋ ਏਵੀਏਸ਼ਨ ਤੇ ਫਰਾਂਸ ਸਰਕਾਰ ਨੇ ਕੀ ਕਿਹਾ? ਫਰਾਂਸਵਾ ਔਲਾਂਦ ਦੇ ਬਿਆਨ ਬਾਰੇ ਫਰਾਂਸ ਸਰਕਾਰ ਨੇ ਕਿਹਾ ਸੀ ਕਿ ਫਰਾਂਸ ਦੀ ਸਰਕਾਰ ਕਿਸੇ ਵੀ ਤਰ੍ਹਾਂ ਨਾਲ ਭਾਰਤੀ ਸਨਅਤੀ ਭਾਈਵਾਲ ਦੀ ਚੋਣ 'ਚ ਸ਼ਾਮਲ ਨਹੀਂ ਸੀ। ਮੌਜੂਦਾ ਫਰਾਂਸ ਸਰਕਾਰ ਮੁਤਾਬਕ ਇਸ ਦੀ ਚੋਣ ਫਰਾਂਸ ਦੀਆਂ ਕੰਪਨੀਆਂ ਕਰਦੀਆਂ ਨੇ। ਫਰਾਂਸ ਦੀਆਂ ਕੰਪਨੀਆਂ ਕੋਲ ਇਹ ਪੂਰੀ ਆਜ਼ਾਦੀ ਹੈ ਕਿ ਉਹ ਉਹਨਾਂ ਭਾਰਤੀ ਕੰਪਨੀਆਂ ਵਿੱਚੋਂ ਚੋਣ ਕਰੇ ਜਿਸ ਨੂੰ ਸਭ ਤੋਂ ਵੱਧ ਯੋਗ ਸਮਝਦੀਆਂ ਨੇ। ਫਰਾਂਸ ਸਰਕਾਰ ਮੁਤਾਬਕ ਪ੍ਰਸਤਾਵਿਤ ਕੰਪਨੀ ਬਾਰੇ ਭਾਰਤ ਸਰਕਾਰ ਤੋਂ ਆਗਿਆ ਲੈ ਕੇ ਇਸ ਕੰਪਨੀ ਰਾਹੀਂ ਭਾਰਤ 'ਚ ਵਿਦੇਸ਼ੀ ਪ੍ਰੋਜੈਕਟ ਪੂਰੇ ਕਰਨੇ ਹੁੰਦੇ ਨੇ। ਜਦਕਿ ਦਾਸੋ ਏਵੀਏਸ਼ਨ ਨੇ ਕਿਹਾ ਕਿ ਉਹਨਾਂ ਨੇ ਰਿਲਾयंस डिफेंस ਨੂੰ ਹਿੱਸੇਦਾਰ मेक इन इंडिया की नीति तहत बनाया सी। अब सरकार को हमें यह समझाना है कि ये जो CAG रिपोर्ट ये है कहां है, हमें भी दिखा दें, और PSC के जो चेयरमैन है खड़गे जी उनको भी दिखा दें, या शायद
कोई और पीएससी चल रही है, किसी और पार्लियामेंट में चल रही है, पता नहीं फ्रांस की पार्लियामेंट में चल रही है, कहीं और चल रही, मुझे नहीं मालूम। ये हो सकता है आज की दुनिया में 21वीं सदी में हो सकता है कि मोदी जी ने अपनी पीएससी बैठा रखी है पीएमओ में। मैं नहीं जानता हूं, क्योंकि फ्रैंकली इंस्टीट्यूशन की ऐसी की तैसी कर दिया, धजियां उड़ा दी, मुझे समझ नहीं रहा क्या हो रहा है यहाँ। 36 क्यों? एक स्क्वाड्रन में 18 विमान होते हैं, अतः 2 स्क्वाड्रन जरूरी था। अब मैं पैराग्राफ 34 को पढ़ना चाहता हूं। इन व्यू ऑफ आवर फाइंडिंग on all the 3 aspects and having heard the matter in detail, we find no reason for any intervention by this court on the sensitive issue of purchase of 36 defense aircraft by the Indian government. 36. अब देखिए, perception of individuals cannot be the basis of a fishing and roving inquiry by this court, especially in such matters. तो लोगों की धारणा क्या है, इस पर हम कोई फिशिंग इंक्वायरी नहीं कर सकते हैं। कोर्ट की यह टिप्पणी पूर्ण रूप से राहुल गांधी पर भी लागू है कि राहुल गांधी के झूठ और बेबुनियाद आरोप जिसका कोई आधार नहीं है, उसके उनके अहंग की संतुष्टि के लिए एक इंक्वायरी की जाए और भारत की सुरक्षा को तिलांजलि दी जाए, इसे हम बिल्कुल गलत मानते हैं। इस तरह ये वो सारे विवाद ने जो राफेल डील ਨਾਲ जुड़े हुए ने, जिन्हां ने सौदे ਨੂੰ विवादित बना ਦਿੱਤਾ। ਫਿਲਹਾਲ ਦੇ ਲਈ ਇਨਾ ਹੀ। ਦੇਸ਼ ਦੁਨੀਆ ਦੀਆਂ तमाम ਖਬਰਾਂ ਵੇਖਣ ਲਈ ਤੁਸੀਂ ਵੇਖਦੇ ਰਹੋ ABP ਸਾਂਝਾ।